ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖਿਆਨ ਪਲੱਗਡ ਉੱਤੇ। ਅੱਜ ਆਪਾਂ ਇੱਕ ਵਾਰ ਫੇਰ ਕੋਟਕਪੂਰੇ ਦੀ ਉਸੇ ਵਾਰਦਾਤ ਉੱਤੇ ਦੁਬਾਰਾ ਗੱਲਬਾਤ ਕਰਾਂਗੇ ਜਿਸ ਵਿੱਚ ਕਿ ਡੇਰੇ ਸੱਚੇ ਸੌਦੇ ਦੇ ਪ੍ਰਦੀਪ ਸਿੰਘ ਨਾਂ ਦੇ ਇੱਕ ਪ੍ਰੇਮੀ ਸਮਰਥਕ ਤੇ 2015 ਦੀਆਂ ਬੇਅਦਬੀਆਂ ਦੇ ਮੁਲਜ਼ਮ ਜੋ ਕਿ ਬੇਲ ਉੱਤੇ ਬਾਹਰ ਸੀ ਉਸ ਦੀ ਹੱਤਿਆ ਕਰਤੀ ਗਈ ਸੀ। ਉਸ ਵਕਤ ਜਾਣਕਾਰੀ ਇਹ ਮਿਲ ਰਹੀ ਸੀ ਕਿ 5 ਤੋਂ 6 ਸ਼ੂਟਰ ਹੈਗੇ ਨੇ, ਲੇਕਿਨ ਹੁਣ ਪੱਕੇ ਤੌਰ ਤੇ ਦਿੱਲੀ ਪੁਲਿਸ ਤੇ ਸਪੈਸ਼ਲ ਸੈੱਲ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਇੱਕ ਬਹੁਤ ਵੱਡੀ ਕਾਮਯਾਬੀ ਦਿੱਲੀ ਪੁਲਿਸ ਲਈ ਵਿਦਿਨ ਫਿਊ ਆਵਰਸ ਮੰਨਿਆ ਜਾ ਰਿਹਾ ਕਿ ਇਸ ਵਾਰਦਾਤ ਇਸ ਹੱਤਿਆਕਾਂਡ ਦੇ 14 ਘੰਟੇ ਬਾਅਦ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਟਿਆਲਾ ਜ਼ਿਲ੍ਹੇ ਦੀ ਹੱਦ ਵਿੱਚ ਪੈਂਦੇ ਬਖਸ਼ੀਵਾਲਾ ਪੁਲਿਸ ਥਾਣੇ ਤੇ ਇੱਕ ਇਲਾਕੇ ਵਿੱਚ ਛਾਪਾ ਮਾਰਿਆ ਤੇ ਉਸ ਛਾਪੇ ਦੇ ਵਿੱਚ ਤਕਰੀਬਨ 20 ਮਿੰਟ ਰੇਡ ਚੱਲੀ ਤੇ ਮੈਂ ਥੋੜੀ ਨਜ਼ਰ ਕਰਨਾ ਚਾਹਾਂਗਾ ਉਹ ਸੀਸੀਟੀਵੀ ਫੁਟੇਜ ਜਿਸ ਵਿੱਚ ਕਿ ਦਿੱਲੀ ਪੁਲਿਸ ਦੀਆਂ 2 ਗੱਡੀਆਂ ਆਉਂਦੀਆਂ ਨੇ 2:04 ਤੇ ਉਸ ਇਲਾਕੇ ਦੇ ਵਿੱਚ ਆ ਰਹੀਆਂ ਨੇ ਤੇ ਉਸ ਇਲਾਕੇ ਤੋਂ 2:24 ਸਵੇਰੇ ਉੱਥੋਂ ਜਾ ਰਹੀਆਂ ਨੇ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ। 3 ਗ੍ਰਿਫਤਾਰੀਆਂ ਹੋਈਆਂ ਨੇ ਦੱਸਦੀ ਇਸ ਕੇਸ ਦੇ ਵਿੱਚ। ਪ੍ਰਦੀਪ ਸਿੰਘ ਦੀ ਹੱਤਿਆ ਦੇ ਕੇਸ ਦੇ ਵਿੱਚ 3 ਜਿਹੜੇ ਮੋਡਿਊਲ ਦੇ ਸ਼ੂਟਰ ਸੀ, ਗੈਂਗਸਟਰ ਸੀ, ਉਹਨਾਂ ਨੂੰ ਫੜ ਲਿਆ ਗਿਆ, ਜਿਨ੍ਹਾਂ ਵਿੱਚ ਇੱਕ ਮੇਨ ਸ਼ੂਟਰ ਖਤਰਨਾਕ ਥੋੜਾ ਜਿਹਾ ਸ਼ੂਟਰ ਹੈ ਕਿਉਂਕਿ ਇੱਕ ਜਨਵਰੀ 2022 ਦੇ ਕਤਲ ਕੇਸ ਦੇ ਵਿੱਚ ਵੀ ਇਸ ਸ਼ੂਟਰ ਦੀ ਗੈਂਗਸਟਰ ਦੀ ਪਾਲ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਸੀ। ਸੋ ਜਤਿੰਦਰ ਜੀਤੂ ਇਸ ਦਾ ਨਾਂ ਹੈ ਤੇ ਇਸ ਦੇ ਨਾਲ ਜਿਹੜੇ 2 ਹੋਰ ਸ਼ੂਟਰ ਫੜੇ ਗਏ ਨੇ, ਕੁੱਲ 3 ਜਿਹੜੀ ਗ੍ਰਿਫਤਾਰੀਆਂ ਹੋਈਆਂ ਨੇ ਉਹ 2 ਸ਼ੂਟਰ ਨਾਬਾਲਿਗ ਨੇ ਜਿਨ੍ਹਾਂ ਦੇ ਨਾਂ ਪੁਲਿਸ ਨੇ ਸਾਹਮਣੇ ਨਹੀਂ ਰੱਖੇ ਨੇ। ਚਾਈਲਡ ਇਨ ਕਨਫਲਿਕਟ ਵਿਦ ਲਾਅ ਇਹਨਾਂ ਨੂੰ ਕਿਹਾ ਜਾਂਦਾ ਹੈ, CCL ਕਿਹਾ ਜਾਂਦਾ ਹੈ। ਸੋ ਇਹਨਾਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ, ਲੇਕਿਨ ਜਤਿੰਦਰ ਜੀਤੂ ਜਿਹੜਾ ਹੈ ਉਹ ਕਾਲਾ ਰਾਣਾ ਜਿਸ ਨੂੰ ਟਾਈਗਰ ਰਾਣਾ ਦੇ ਨਾਂ ਨਾਲੋਂ ਵੀ ਜਾਣਿਆ ਜਾਂਦਾ ਹੈ, ਵੈਸੇ ਉਸ ਦਾ ਨਾਮ ਵਰਿੰਦਰ ਪ੍ਰਤਾਪ ਹੈ। ਉਸ ਗੈਂਗ ਜੋ ਕਿ ਲਾਰੈਂਸ ਬਿਸ਼ਨੋਈ ਕਾਲਾ ਜਠੇੜੀ ਗੈਂਗ ਦਾ ਹੀ ਇੱਕ ਸਕਰੀय ਮੈਂਬਰ ਰਿਹਾ, ਥਾਈਲੈਂਡ ਤੋਂ ਆਪਰੇਟ ਕਰਦਾ ਰਿਹਾ। ਕੁਝ ਹੀ ਮਹੀਨੇ ਪਹਿਲਾਂ ਇਸ ਦੀ ਵੀ ਗ੍ਰਿਫਤਾਰੀ ਹੋਈ ਤੇ ਗੋਲਡੀ ਬਰਾੜ ਵਾਂਗ ਹੀ ਪੂਰੇ ਦੇ ਪੂਰੇ ਲਾਰੈਂਸ ਬਿਸ਼ਨੋਈ ਦੀ ਲੀਗ ਤੇ ਕਾਲਾ ਜਠੇੜੀ ਉਹਨਾਂ ਦਾ ਜਿਹੜਾ ਪੂਰਾ ਦਾ ਪੂਰਾ ਗੈਂਗ ਹੈ ਉਸ ਨੂੰ ਜਿੰਨੀ ਵੀ ਲੌਜਿਸਟਿਕਲ ਫਾਈਨੈਂਸ਼ੀਅਲ ਸਪੋਰਟ ਹੈ ਇਹ ਟਾਈਗਰ ਰਾਣਾ ਹੀ ਦਿੰਦਾ ਰਿਹਾ। ਸੋ ਇਹ ਜਿਹੜਾ ਜਤਿੰਦਰ ਜੀਤੂ ਮੁੰਡਾ ਫੜਿਆ ਗਿਆ ਹੈ ਇਹ ਦੱਸਿਆ ਜਾਂਦਾ ਕਿ ਟਾਈਗਰ ਰਾਣਾ ਜਾਂ ਕਾਲਾ ਰਾਣਾ ਦਾ ਹੀ ਗੈਂਗਸਟਰ ਹੈ। ਤੇ ਜਨਵਰੀ 2022 ਦੇ ਵਿੱਚ ਅੰਬਾਲਾ ਦੇ ਵਿੱਚ ਇੱਕ ਡਬਲ ਮਰਡਰ ਹੋਇਆ ਸੀ। ਅੰਬਾਲਾ ਸਾਹਾ ਜਿਹੜੀ ਰੋਡ ਸੀ, ਇਨਫੈਕਟ ਯਮੁਨਾ ਨਗਰ ਸਾਹਾ ਕਹਿ ਲਈਏ ਜਾਂ ਅੰਬਾਲਾ ਸਾਹਾ ਰੋਡ ਕਹਿ ਲਈਏ, ਉਸ ਰੋਡ ਦੇ ਉੱਤੇ ਇੱਕ ਵਾਰਦਾਤ ਹੋਈ ਸੀ। ਮੋਹਿਤ ਰਾਣਾ ਨਾਂ ਦਾ ਇੱਕ ਲੜਕਾ ਸੀ ਜਿਸ ਦੀ ਐਫੀਲੀਏਸ਼ਨ ਭੁੱਪੀ ਰਾਣੇ ਦੇ ਨਾਲ ਸੀ। ਹੁਣ ਭੁੱਪੀ ਰਾਣਾ ਇੱਕ ਵਿਰੋਧੀ ਗੈਂਗ ਦੇ ਵਿੱਚੋਂ ਹੈ, ਯਾਨੀ ਕਿ ਭੁੱਪੀ ਰਾਣਾ, ਲੱਕੀ ਪਟਿਆਲ, ਇਹਨਾਂ ਦਾ ਇੱਕ ਅਲੱਗ ਗੈਂਗ ਤੁਰਦਾ ਹੈ ਜੋ ਕਿ ਲਾਰੈਂਸ ਬਿਸ਼ਨੋਈ ਦਾ ਵਿਰੋਧੀ ਹੈ। ਸੋ ਇਸ ਮੋਹਿਤ ਰਾਣੇ ਤੇ ਇਸ ਦਾ ਇੱਕ ਹੋਰ ਸਾਥੀ ਜੋ ਕਿ ਇਸ ਵਕਤ ਇਸ ਨਾਲ ਕਾਰ ਦੇ ਵਿੱਚ ਸਵਾਰ ਸੀ, ਵਿਸ਼ਾਲ, ਇਹ ਦੋਵਾਂ ਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸੀ। ਤਾਂ 4 ਸ਼ੂਟਰ ਉਸ ਵਾਰਦਾਤ ਦੇ ਵਿੱਚ ਸੀ। ਇਹ ਜਨਵਰੀ 2022 ਦੀ ਮੈਂ ਗੱਲ ਕਰਦਾ ਪਿਆ ਹਾਂ। ਇਹ ਹਮਲਾ ਬੇਸਿਕਲੀ ਗੋਲਡੀ ਬਰਾੜ ਨੇ ਕਰਵਾਇਆ ਸੀ। ਉਸ ਦੀ ਜ਼ਿੰਮੇਵਾਰੀ ਵੀ ਉਸ ਵਕਤ ਉਸਨੇ ਸੋਸ਼ਲ ਮੀਡੀਆ ਪੋਸਟ ਉੱਤੇ ਕਬੂਲੀ ਸੀ ਤੇ ਲੇਕਿਨ ਉਸ ਵਕਤ ਗੋਲਡੀ ਬਰਾੜ ਦੇ ਬਾਰੇ ਜ਼ਿਆਦਾ ਲੋਕਾਂ ਨੂੰ ਪਤਾ ਵੀ ਨਹੀਂ ਸੀ, ਘੱਟ ਥੋੜੀ ਜਾਣਕਾਰੀ ਸੀ, ਲੇਕਿਨ ਅੰਡਰਵਰਲਡ ਦੇ ਵਿੱਚ ਗੋਲਡੀ ਬਰਾੜ ਦਾ ਨਾਂ ਚੱਲਦਾ ਪਿਆ ਸੀ। ਸਿੱਧੂ ਮੂਸੇਵਾਲਾ ਤੋਂ ਬਾਅਦ ਗੋਲਡੀ ਬਰਾੜ ਲਾਈਮਲਾਈਟ ਵਿੱਚ ਆਉਂਦਾ ਹੈ। ਸੋ ਜਿਹੜਾ ਅੰਬਾਲਾ ਦੇ ਵਿੱਚ ਡਬਲ ਮਰਡਰ ਕੇਸ ਹੁੰਦਾ ਹੈ, ਮੋਹਿਤ ਰਾਣਾ ਤੇ ਜਿਹੜਾ ਦਾ ਨਾਲ ਸਾਥੀ ਹੁੰਦਾ ਹੈ ਵਿਸ਼ਾਲ ਜੋ ਕਿ ਬਾਅਦ ਦੇ ਵਿੱਚ PJ ਵਿੱਚ ਮਾਰਿਆ ਗਿਆ, ਇਹਨਾਂ ਨੂੰ ਜਿਹੜੇ 4 ਗੈਂਗਸਟਰਾਂ ਨੇ ਮਾਰਿਆ ਸੀ, ਆਕਾਸ਼, ਅਮਿਤ ਤੇ ਇੱਕ ਹੋਰ ਜਿਹੜਾ ਗੈਂਗਸਟਰ ਸੀ ਸ਼ੇਰਾ ਤੇ ਜੀਤੂ। ਤੇ ਆਕਾਸ਼ ਤੇ ਅਮਿਤ ਨੂੰ ਤਾਂ ਫੜ ਲਿਆ ਗਿਆ ਸੀ, ਲੇਕਿਨ ਜੀਤੂ ਤੇ ਜਿਹੜਾ ਸ਼ੇਰਾ ਸੀ ਉਹ ਦਿੱਲੀ ਪੁਲਿਸ ਦੀ ਗਿਰਫਤ ਚੋਂ ਬਾਹਰ ਚੱਲਦੇ ਪਏ ਸਨ। ਤੇ ਜਦੋਂ ਇਹ ਮਰਡਰ ਹੋਇਆ ਸੀ ਉਸ ਤੋਂ ਬਾਅਦ ਇੱਕ ਹੋਰ ਦਿੱਲੀ ਵਿੱਚ ਮਰਡਰ ਹੁੰਦਾ ਹੈ ਜੋ ਕਿ ਇੱਕ ਵਪਾਰੀ ਦਾ ਸੀ, ਸ਼ਾਇਦ ਪ੍ਰਮੋਦ ਬਜਾਜ ਨਾਂ ਦਾ ਉਹ ਵਪਾਰੀ ਸੀ ਜਿਸ ਦੀ ਹੱਤਿਆ ਕੀਤੀ ਗਈ। ਤੇ ਉਸ ਕੇਸ ਦੇ ਵਿੱਚ ਜਦੋਂ ਗ੍ਰਿਫਤਾਰੀਆਂ ਹੋਈਆਂ ਤਾਂ ਕੁਝ ਕੋ ਐਕਿਊਜ਼ ਨੇ ਦੱਸਿਆ ਕਿ ਜਤਿੰਦਰ ਜੀਤੂ ਨੇ ਹੀ ਇਸ ਕਤਲ ਦੀ ਵਾਰਦਾਤ, ਯਾਨੀ ਕਿ ਦਿੱਲੀ ਦੇ ਇਸ ਵਪਾਰੀ ਦੀ ਕਤਲ ਦੀ ਵਾਰਦਾਤ ਕਰਵਾਈ ਹੈ ਤੇ ਉਹੀ ਮੋਹਿਤ ਰਾਣਾ ਦੀ ਹੱਤਿਆ ਦੇ ਕੇਸ ਦੇ ਵਿੱਚ ਵੀ ਵਾਂਟਡ ਸੀ। ਹੁਣ ਆ ਜਿਹੜੀ ਮੈਂ ਸਾਰੀ ਗੱਲਬਾਤ ਤੁਹਾਨੂੰ ਕਿਉਂ ਦੱਸਦਾ ਪਿਆ ਕਿਉਂਕਿ ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਵਿਦਿਨ 14 ਘੰਟਿਆਂ ਦੇ ਵਿੱਚ ਉਹਨਾਂ ਨੂੰ ਪ੍ਰਦੀਪ ਸਿੰਘ ਦੇ ਹੱਤਿਆਰੇ ਜਾਂ ਉਸ ਉੱਤੇ ਗੋਲੀ ਚਲਾਉਣ ਵਾਲੇ ਸ਼ੂਟਰ ਕਿਵੇਂ ਮਿਲ ਗਏ। ਇੱਕ ਬੜਾ ਵੱਡਾ ਸਵਾਲ ਹੈ। ਪਹਿਲਾਂ ਵੀ ਕਈ ਰਿਪੋਰਟਸ ਦੇ ਦਾਇਰੇ ਦੇ ਵਿੱਚ ਤੇ ਬਹੁਤ ਲੋਕ ਕਮੈਂਟ ਕਰਦੇ ਰਹਿੰਦੇ ਨੇ ਵੀ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਿਉਂ ਐਕਟਿਵ ਹੈ, ਉਹਨਾਂ ਦੀ ਕਾਮਯਾਬੀ ਦਾ ਰਾਜ਼ ਕੀ ਹੈ। ਸਾਰੇ ਦੇ ਸਾਰੇ ਗੈਂਗਸਟਰ ਦਿੱਲੀ ਪੁਲਿਸ ਹੀ ਗ੍ਰਿਫਤਾਰ ਕਰ ਰਹੀ ਹੈ। ਦਿੱਲੀ ਪੁਲਿਸ ਕੋਲ ਠੀਕ ਹੈ ਟੈਕਨੋਲੋਜੀਕਲੀ ਚੀਜ਼ਾਂ ਐਡਵਾਂਸ ਨੇ, ਉਹਨਾਂ ਦੀ ਇੰਟੈਲੀਜੈਂਸ ਇਨਪੁਟਸ ਵੀ ਬੜੀ ਚੰਗੀਆਂ ਨੇ, ਲੇਕਿਨ ਦਿੱਲੀ ਪੁਲਿਸ ਜਿਹੜੀ ਹੈ ਉਹ ਗੈਂਗਸਟਰਾਂ ਤੱਕ ਕਿਉਂ ਪਹਿਲਾਂ ਪਹੁੰਚ ਜਾਂਦੀ ਹੈ, ਇਹ ਸਵਾਲ ਉੱਠਦੇ ਵੀ ਰਹੇ ਨੇ। ਤੇ ਇਸ ਗੱਲਬਾਤ ਨੂੰ ਲੈ ਕੇ ਅੰਦਰ ਖਾਤੇ ਇੱਕ ਸੁਗਬੁਗਾਹਟ ਵੀ ਹੈ। ਠੀਕ ਹੈ, ਕ੍ਰਿਮੀਨਲਸ ਜੇ ਕੋਈ ਕ੍ਰਾਈਮ ਕਰਦੇ ਨੇ, ਜੁਰਮ ਕਰਦੇ ਨੇ ਤਾਂ ਉਹਨਾਂ ਦੀ ਗ੍ਰਿਫਤਾਰੀ ਹੋਣੀ ਬਣਦੀ ਹੈ, ਚਾਹੇ ਪੁਲਿਸ ਕੋਈ ਵੀ ਫੜੇ। ਐਟ ਦ ਐਂਡ ਆਫ ਦਾ ਡੇ ਕ੍ਰਿਮੀਨਲਸ ਕਾਬੂ ਆਉਣੇ ਚਾਹੀਦੇ ਨੇ। ਗੈਂਗਸਟਰ ਪੁਲਿਸ ਦੇ ਏਜੰਸੀਜ਼ ਦੇ ਸਿਕਿਉਰਿਟੀ ਸੁਰੱਖਿਆ ਏਜੰਸੀਆਂ ਦੇ ਕਾਬੂ ਆਉਣੇ ਚਾਹੀਦੇ ਨੇ। ਸੋ ਕਿਹੜੀ ਪੁਲਿਸ ਨੇ ਕਿਹੜੀ ਜੁਰਿਸਡਿਕਸ਼ਨ 'ਤੇ ਜਾ ਕੇ
ਇਹ ਆਪਰੇਸ਼ਨ ਕੀਤੇ। ਇਹ ਗੱਲਾਂ ਬਾਤਾਂ ਕੁਝ ਜ਼ਿਆਦਾ ਹੁਣ ਮਾਇਨੇ ਰੱਖਦੀਆਂ ਨਹੀਂ, ਕਿਉਂਕਿ ਇਸ ਵਕਤ ਆਪਾਂ ਪੰਜਾਬ ਤੇ ਦਿੱਲੀ ਜਾਂ ਹੋਰ ਇਲਾਕਿਆਂ ਦੇ ਜਿੰਨੇ ਵੀ ਆਪਰੇਸ਼ਨਸ ਵੇਖੀਏ, ਸੋ ਇੱਕ ਦੂਸਰੇ ਰਾਜਾਂ ਦੀ ਜਿਹੜੀਆਂ ਪੁਲਿਸਿਸ ਹੈਗੀਆਂ ਨੇ, ਘੱਟੋ ਘੱਟ ਗੈਂਗਸਟਰਾਂ ਤੇ ਜਿਹੜੇ ਰੈਡੀਕਲਸ ਹੈਗੇ ਨੇ ਜਾਂ ਐਕਸਟ੍ਰੀਮਿਸਟ ਹੈਗੇ ਨੇ, ਉਹਨਾਂ ਦੀ ਧਰਪਕੜ ਲਈ ਜ਼ਿਆਦਾ ਜੁਰਿਸਡਿਕਸ਼ਨ ਦੀ ਪਰਵਾਹ ਨਹੀਂ ਕਰ ਰਹੀਆਂ। ਇਹ ਕਾਰਨ ਹੈ ਕਿ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਜਿਹੜੀ ਹੈ ਸਵੇਰੇ 2 ਵਜੇ ਆ ਕੇ ਪਟਿਆਲਾ ਦੇ ਇਲਾਕੇ 'ਚੋਂ ਇਸ ਤਰੀਕੇ ਦੀਆਂ ਗ੍ਰਿਫਤਾਰੀਆਂ ਕਰਕੇ ਲਿਜਾਂਦੀ ਹੈ, ਤੇ ਕੋਈ ਜੁਰਿਸਡਿਕਸ਼ਨ ਦਾ ਰੌਲਾ ਨਹੀਂ ਹੈ, ਠੀਕ ਹੈ ਨਾ, ਉਸ ਵੈਸੀ ਕੋਈ ਗੱਲਬਾਤ ਨਹੀਂ ਹੈ। ਲੇਕਿਨ ਦਿੱਲੀ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦਾ ਆਪਰੇਸ਼ਨ ਜਨਵਰੀ ਤੋਂ ਚੱਲਦਾ ਪਿਆ ਸੀ, ਤੇ ਹੁਣ ਉਹਨਾਂ ਨੇ 10 ਨਵੰਬਰ ਨੂੰ ਜਦੋਂ ਇਹ ਵਾਰਦਾਤ ਹੋਈ, ਯਾਨੀ ਕਿ ਪ੍ਰਦੀਪ ਨੂੰ ਜਦੋਂ ਮਾਰਿਆ ਗਿਆ, ਤੇ ਉਸ ਵਕਤ ਜਿਹੜੀ CCTV ਫੁਟੇਜ ਜਾਰੀ ਹੋਈ, ਉਸ ਵਿੱਚ ਜਿਹੜੇ ਡਿਸਕ੍ਰਿਪਸ਼ਨ ਸੀ ਜਾਂ ਜਿਹੜੇ ਮੁੰਡੇ ਆਏ ਸੀ, ਉਹਨਾਂ ਦੇ ਹੁਲੀਏ ਤੋਂ ਦੇਖ ਕੇ ਇੱਕ ਸ਼ੂਟਰ ਦੀ ਪਛਾਣ ਜਤਿੰਦਰ ਜੀਤੂ ਦੇ ਤੌਰ ਉੱਤੇ ਕੀਤੀ, ਜਿਸ ਦੀ ਭਾਲ ਉਹਨਾਂ ਨੂੰ ਜਨਵਰੀ 2022 ਤੋਂ ਹੀ ਜਿਹੜੇ ਘਟਨਾਵਾਂ ਹੋਈਆਂ ਸਨ ਉਸ ਮੌਕੇ ਤੋਂ ਹੀ ਸਨ। ਸੋ ਦਿੱਲੀ ਪੁਲਿਸ ਐਸ ਪਰ ਦੇਅਰ ਐਕਸਪਲੇਨੇਸ਼ਨ, ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਇਹ ਕਾਮਯਾਬੀ ਵਿਦਿਨ ਫਿਊ ਆਵਰਸ ਹਾਸਲ ਕਰ ਲਈ, ਯਾਨੀ ਕਿ ਅਜਿਹੇ ਸ਼ੂਟਰ ਜਿਸ ਦੀ ਭਾਲ ਜਨਵਰੀ ਤੋਂ ਚੱਲਦੀ ਪਈ ਸੀ, ਉਹ ਇਸ CCTV ਫੁਟੇਜ ਦੇ ਵਿੱਚ ਸਪੌਟ ਹੋਣ ਦੇ ਵਿਦਿਨ 12-14 ਘੰਟਿਆਂ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਹੁਣ ਇੱਥੇ ਕਾਬਿਲੇ ਤਾਰੀਫ ਵੀ ਹੈ ਜੇ ਵੈਸੇ ਦੇਖਿਆ ਜਾਏ, ਔਨ ਦਾ ਫੇਸ ਆਫ ਇਟ ਤਾਂ ਇੰਝ ਲੱਗਦਾ ਹੈ ਆਪਾਂ ਨੂੰ ਉਸ ਚੀਜ਼ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਦਿੱਲੀ ਪੁਲਿਸ ਨੇ ਬਹੁਤ ਹੀ ਇੱਕ ਸਵਿਫਟ ਆਪਰੇਸ਼ਨ ਕੀਤਾ। ਜਿਹੜੇ 3 ਗੈਂਗਸਟਰ ਜੇ ਫੜੇ ਨਹੀਂ ਗਏ, ਉਹਨਾਂ ਵਿੱਚੋਂ 2 ਗੈਂਗਸਟਰ ਦੱਸਿਆ ਜਾਂਦਾ ਕਿ ਪੰਜਾਬ ਤੋਂ ਬਿਲੋਂਗ ਕਰਦੇ ਨੇ, ਇੱਕ ਹੋਰ ਹਰਿਆਣਾ ਬੇਸਡ ਗੈਂਗਸਟਰ ਹੈ। ਇਹ ਸਾਰੇ 6 ਦੇ 6 ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਸਨ। ਤਿੰਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਸੋ ਪੰਜਾਬ ਪੁਲਿਸ ਜੋ ਕਿ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ, ਕਿਉਂ ਪੰਜਾਬ ਦੇ ਵਿੱਚ ਗੈਂਗਸਟਰ ਦੰਦਨਾਉਂਦੇ ਫਿਰ ਰਹੇ ਨੇ, ਗੋਲੀਆਂ ਚਲਾ ਰਹੇ ਨੇ, ਜਿਹੜੇ ਚੋਜ਼ਨ ਟਾਰਗੇਟਸ ਹੈਗੇ ਨੇ, ਜਿਹੜੇ ਵੈਲ ਪ੍ਰੋਟੈਕਟਿਡ ਟਾਰਗੇਟਸ ਹੈਗੇ ਨੇ, ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ, ਤੇ ਪੰਜਾਬ ਪੁਲਿਸ ਦੀ ਗਾਰਡ, ਉਹਨਾਂ ਦੀ ਸੁਰੱਖਿਆ ਇਹਨਾਂ ਲੋਕਾਂ ਦੀ ਹਿਫਾਜ਼ਤ ਨਹੀਂ ਕਰ ਪਾ ਰਹੀ, ਜੋ ਕਿ ਉਸਦਾ ਜ਼ਿੰਮਾ ਹੈ, ਉਸਦੀ ਭੂਮਿਕਾ, ਉਸਦੀ ਜ਼ਿੰਮੇਵਾਰੀ ਹੈ। ਲੇਕਿਨ ਦੂਸਰੇ ਪਾਸੇ ਪੰਜਾਬ ਦੀ ਹੱਦ ਵਿੱਚ ਆ ਕੇ ਦਿੱਲੀ ਪੁਲਿਸ ਐਡੇ ਵੱਡੇ ਗੈਂਗਸਟਰ ਜਾਂ ਐਡੇ ਵੱਡੇ ਸ਼ੂਟਰ, ਉਹ ਵੀ ਵਿਦਿਨ ਰਿਕਾਰਡ ਟਾਈਮ, ਇੱਕ ਰਿਕਾਰਡ ਟਾਈਮ ਮੰਨਿਆ ਜਾਏਗਾ, 14-15 ਘੰਟੇ ਦੇ ਵਿੱਚ ਦਿੱਲੀ ਪੁਲਿਸ ਨੇ ਇਹ ਸ਼ੂਟਰ ਫੜ ਲਏ ਨੇ। ਸੋ ਇੱਥੇ ਜਿੱਥੇ ਉਹਨਾਂ ਦੀ ਕਾਬਲੀਅਤ, ਉਹਨਾਂ ਦੇ ਸਕਿੱਲ, ਉਹਨਾਂ ਦੀ ਕੰਪੀਟੈਂਸ ਦੀ ਦਾਤ ਦੇਣੀ ਬਣਦੀ ਹੈ ਦਿੱਲੀ ਪੁਲਿਸ ਦੀ, ਉੱਥੇ ਵਿਦ ਪਿੰਚ ਆਫ ਸਾਲਟ ਇਹ ਵੀ ਲੈਣਾ ਪੈਣਾ ਕਿ ਇਹ ਕੀ ਕਾਰਨ ਹੈ ਕਿ ਦਿੱਲੀ ਪੁਲਿਸ ਨੂੰ ਹੀ ਇਹ ਸਾਰੇ ਦੇ ਸਾਰੇ ਗੈਂਗਸਟਰ ਬਹੁਤ ਸੌਖੇ ਤਰੀਕੇ ਦੇ ਨਾਲ ਉਹਨਾਂ ਦੇ ਸਾਹਮਣੇ ਹਥਿਆਰ ਪਾ ਦਿੰਦੇ ਨੇ, ਜਾਂ ਉਹਨਾਂ ਦੇ ਸਾਹਮਣੇ ਕਹਿ ਲਈਏ ਕਿ ਹਾਜ਼ਰ ਹੋ ਜਾਂਦੇ ਨੇ, ਜਾਂ ਕਈ ਵਾਰ ਗ੍ਰਿਫਤਾਰ ਵੀ ਕਰ ਲਏ ਜਾਂਦੇ ਨੇ। ਹੁਣ ਇਸ ਕੇਸ ਦੇ ਵਿੱਚ ਦਿੱਲੀ ਪੁਲਿਸ ਦਾ ਖੁਦ ਦਾ ਇਹ ਦਾਵਾ ਹੈ ਕਿ ਕੋਈ ਸ਼ੂਟ ਆਊਟ ਨਹੀਂ ਹੋਇਆ, ਇਹ ਕਾਫੀ ਖਤਰਨਾਕ ਗੈਂਗਸਟਰ ਲੱਗ ਰਹੇ ਸਨ। ਤੁਸੀਂ ਵੇਖਿਆ CCTV ਫੁਟੇਜ ਦੇ ਵਿੱਚ ਕਿਸ ਤਰੀਕੇ ਦੇ ਨਾਲ ਤਾਬੜਤੋੜ ਇਹਨਾਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਪ੍ਰਦੀਪ ਉੱਤੇ, ਉਸਦੇ ਗਨਮੈਨ ਉੱਤੇ, ਉਸਦੇ ਪੁਲਿਸ ਦੇ ਮੁਲਾਜ਼ਮ ਉੱਤੇ। ਇੱਕ ਹੋਰ ਜਿਹੜਾ ਸ਼ੌਪਕੀਪਰ ਸੀ, ਉਹ ਵੀ ਇਸ ਵਾਰਦਾਤ ਦੇ ਵਿੱਚ ਜ਼ਖਮੀ ਹੋਇਆ। ਲੇਕਿਨ 2:04 ਤੋਂ ਲੈ ਕੇ 2:24 20 ਮਿੰਟ ਦੀ ਇਸ ਕਾਰਵਾਈ ਵਿੱਚ ਕੋਈ ਸ਼ੂਟ ਆਊਟ ਹੋਇਆ ਨਹੀਂ ਦੱਸਿਆ ਜਾਂਦਾ ਹੈ। ਸੋ ਇਹ ਬਹੁਤ ਹੀ ਸਵਿਫਟ ਆਪਰੇਸ਼ਨ ਦੇ ਵਿੱਚ ਦਿੱਲੀ ਪੁਲਿਸ ਦੀ ਟੀਮ ਨੇ ਇਸ ਨੂੰ ਕਾਬੂ ਕੀਤਾ। ਤੇ ਇੱਥੇ ਜਿਹੜੀ ਗੱਲ ਧਿਆਨ ਦੇਣ ਵਾਲੀ ਹੈ ਉਹ ਇਹ ਵੀ ਹੈ ਕਿ ਦਿੱਲੀ ਪੁਲਿਸ ਦੀ ਖੁਫੀਆ ਜਾਣਕਾਰੀ, ਉਹਨਾਂ ਦੀ ਇੰਟੈਲੀਜੈਂਸ, ਉਹਨਾਂ ਦੀ ਟੈਕਨੋਲੋਜੀਕਲ ਜਿਹੜੀ ਇਨਪੁਟਸ ਨੇ ਐਡੀਆਂ ਮਜ਼ਬੂਤ, ਐਡੀਆਂ ਪ੍ਰੀਸਾਈਜ਼ ਤੇ ਐਡੀਆਂ ਪੁਖਤਾ ਕਿਵੇਂ ਨੇ ਤੇ ਕਿਉਂ ਨੇ। ਇੱਕ ਬਹੁਤ ਹੀ ਸਮਝਣ ਵਾਲਾ ਸਵਾਲ ਵੀ ਹੈ, ਹਾਲਾਂਕਿ ਮੇਰੀ ਸਮਝ ਤੋਂ ਬਾਹਰ ਹੈ ਗੱਲਾਂ ਬਾਤਾਂ, ਸ਼ਾਇਦ ਕਿਸੇ ਵੀ ਆਮ ਆਦਮੀ ਦੀ ਸਮਝ ਤੋਂ ਬਾਹਰ ਹੋ ਸਕਦੀਆਂ ਨੇ, ਕਿਉਂਕਿ ਦਿੱਲੀ ਪੁਲਿਸ ਦੇ ਜਿੰਨੇ ਵੀ ਆਪਰੇਸ਼ਨਸ ਹੋਏ ਨੇ ਉਹਦੇ ਵਿੱਚ ਕਿਸੇ ਵੀ ਆਪਰੇਸ਼ਨ ਦੇ ਵਿੱਚ ਉਸ ਤਰੀਕੇ ਦਾ ਸ਼ੂਟ ਆਊਟ ਨਹੀਂ ਹੁੰਦਾ, ਕੋਈ ਵੀ ਗੈਂਗਸਟਰ ਕਦੇ ਕੋਈ ਰੈਜ਼ਿਸਟੈਂਸ ਨਹੀਂ ਦਿੰਦਾ। ਪੰਜਾਬ ਦੇ ਵਿੱਚ ਜਦੋਂ ਵੀ ਕੋਈ ਇਸ ਤਰੀਕੇ ਦੀ ਘਟਨਾ ਹੋਈ, ਆਪਾਂ ਉੱਥੇ ਫਾਇਰਿੰਗ ਵੇਖੀ, ਆਪਾਂ ਦੇਖਿਆ ਕਿ ਮਨਪ੍ਰੀਤ ਮਾਨੂ ਤੇ ਜਗਰੂਪ ਰੂਪਾ, ਇੱਕ ਪੂਰਾ ਦਾ ਪੂਰਾ ਇੱਕ ਐਨਕਾਊਂਟਰ ਜੋ ਕਿ ਆਲਮੋਸਟ ਲਾਈਵ ਸ਼ੋ ਵੀ ਹੋਇਆ, ਉਹ ਐਨਕਾਊਂਟਰ ਲਾਈਵ ਸੀ। ਉਸ ਤੋਂ ਬਾਅਦ ਵੀ ਜਿੰਨੀਆਂ ਘਟਨਾਵਾਂ ਹੁੰਦੀਆਂ ਨੇ ਉਸ ਦੇ ਵਿੱਚ ਫਾਇਰਿੰਗ ਹੁੰਦੀ ਹੈ। ਸੋ ਜਿਹੜੇ ਗੈਂਗਸਟਰ ਬਹੁਤ ਹੀ ਖਤਰਨਾਕ ਕ੍ਰਿਮੀਨਲਸ ਹੈਗੇ ਨੇ ਪੰਜਾਬ ਦੇ ਵਿੱਚ, ਚਾਹੇ ਉਹ ਸੁਧੀਰ ਸੂਰੀ ਨੂੰ ਕੋਈ ਮਾਰਦਾ ਪਿਆ ਹੈ, ਚਾਹੇ ਉਹ ਇਸ ਪ੍ਰਦੀਪ ਨੂੰ ਕੋਈ ਮਾਰਦਾ ਪਿਆ ਹੈ, ਚਾਹੇ ਉਹ ਸਿੱਧੂ ਮੂਸੇਵਾਲੇ ਨੂੰ ਮਾਰਦੇ ਪਏ ਨੇ, ਲੇਕਿਨ ਉਹਨਾਂ ਲੋਕਾਂ ਨੇ ਬਿਨਾਂ ਕਿਸੇ ਰੈਜ਼ਿਸਟੈਂਸ ਤੋਂ, ਬਿਨਾਂ ਕਿਸੇ ਫਾਇਰਿੰਗ ਤੋਂ, ਬਿਨਾਂ ਕਿਸੇ ਕਾਊਂਟਰ ਅਟੈਕ ਤੋਂ ਦਿੱਲੀ ਪੁਲਿਸ ਦੇ ਸਾਹਮਣੇ ਮੈਂ ਤਾਂ ਕਹਾਂਗਾ ਕਿ ਗੋਡੇ ਟੇਕ ਤੇ ਹਥਿਆਰ ਪਾਤੇ। ਤੇ ਇਹ ਫੈਕਟ ਹੈ ਕਿ ਦਿੱਲੀ ਪੁਲਿਸ ਦੇ ਆਪਰੇਸ਼ਨਸ ਬੜੇ ਕਲੀਨਿਕਲ ਰਹੇ ਨੇ, ਯਾਨੀ ਕਿ ਬਹੁਤ ਸੀ ਥਾਵਾਂ ਦੇ ਉੱਤੇ ਬੜੇ ਡੈਡਲੀ ਜਿਹੜੇ ਸ਼ੂਟਰਸ ਵੀ ਸਨ, ਉਹ ਅੰਡਰਵਰਲਡ ਦੇ ਬੜੇ ਡੈਡਲੀ ਸ਼ੂਟਰ ਸਨ। ਬਹੁਤ ਸੀ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦਾ, ਕੁਝ ਆਪਰੇਸ਼ਨਲ ਇਨਪੁਟਸ ਮੇਰੇ ਕੋਲ ਹੈਗੀਆਂ ਨੇ ਅਜਿਹੀਆਂ, ਲੇਕਿਨ ਉਹਨਾਂ ਕੇਸਾਂ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਕਿ ਬਹੁਤ ਸੌਖੇ ਤਰੀਕੇ ਦੇ ਨਾਲ ਫਲੈਟਾਂ ਦੇ ਵਿੱਚ ਦਬਿਸ਼ ਕਰਕੇ ਖਿੜਕੀਆਂ ਵਗੈਰਾ ਤੋਂ ਆ ਕੇ ਪੁਲਿਸ ਨੇ ਬੰਦੇ ਕਾਬੂ ਕੀਤੇ, ਗੱਡੀਆਂ 'ਚ ਪਾਏ ਐਂਡ ਦੇ ਰੋਲਡ ਆਫ, ਜਦ ਕਿ ਉਹ ਐਡੇ ਖਤਰਨਾਕ ਸ਼ੂਟਰ ਐਂਡ ਉਹਨਾਂ ਕੋਲ ਐਡੇ ਖਤਰਨਾਕ ਵੈਪਨਸ ਰਹੇ ਨੇ। ਇਹ ਮੈਂ ਇਸ ਕੇਸ ਦੀ ਗੱਲ ਨਹੀਂ ਕਰਦਾ ਪਿਆ, ਕੁਝ ਹੋਰ ਕੇਸਿਸ ਹੈ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕਦੇ ਹੋਇਆ ਮੁਨਾਸਬ ਤਾਂ ਤੁਹਾਡੇ ਨਾਲ ਸਾਂਝੀ ਕਰਾਂਗਾ। ਲੇਕਿਨ ਇਸ ਕੇਸ ਦੇ ਵਿੱਚ
ਵੀ ਜਿਵੇਂ CCTV ਫੁਟੇਜ ਵਿੱਚ ਆ ਰਿਹਾ ਵੀ 20 ਮਿੰਟ ਦੀ ਮੂਵਮੈਂਟ ਹੈ ਤੇ ਉਸ ਦੇ ਵਿੱਚ ਦਿੱਲੀ ਪੁਲਿਸ ਨੇ ਪੰਜਾਬ ਦੀ ਹੱਦ ਦੇ ਵਿੱਚ ਐਡਾ ਕਲੀਨਿਕਲ ਆਪਰੇਸ਼ਨ ਕਰਕੇ ਇਹ ਗੈਂਗਸਟਰ ਫੜੇ 3 ਦੇ 3 ਤੇ ਇਹਨਾਂ ਨੂੰ ਲੈ ਗਏ ਨੇ। ਸੋ ਕਈ ਚੀਜ਼ਾਂ ਫੂਡ ਫॉर ਥਾਟ ਹੈ, ਸਮਝਣ ਵਾਲੀ ਗੱਲਾਂ ਨੇ, ਕਿਉਂਕਿ ਸਿਕਿਉਰਿਟੀ ਏਜੰਸੀਆਂ ਦੀਆਂ ਸਾਰੀਆਂ ਚੀਜ਼ਾਂ ਸ਼ੇਅਰ ਵੀ ਨਹੀਂ ਕੀਤੀਆਂ ਜਾ ਸਕਦੀਆਂ। ਸੋ ਪੋਸੀਬਲ ਹੈ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਮੇਰੀ ਵੀ ਕਦੇ-ਕਦਾਰ ਗੱਲ ਹੁੰਦੀ ਰਹਿੰਦੀ ਹੈ, ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਟ੍ਰਿਕਸ ਆਫ ਦ ਟ੍ਰੇਡ ਹੁੰਦੇ ਨੇ, ਕਈ ਚੀਜ਼ਾਂ ਉਹ ਦੱਸਣਾ ਮੁਨਾਸਬ ਵੀ ਨਹੀਂ ਸਮਝੇ। ਲੇਕਿਨ ਇੱਥੇ ਜਦੋਂ ਦਿੱਲੀ ਪੁਲਿਸ ਇੱਕ ਤੋਂ ਬਾਅਦ ਇੱਕ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਰਹੀ ਹੈ, ਸ਼ੂਟਰਾਂ ਨੂੰ ਫੜਿਆ ਜਾ ਰਿਹਾ, ਉਹਨਾਂ ਦਾ ਸਕਸੈਸ ਰੇਟ ਹੈ ਪੰਜਾਬ ਨਾਲੋਂ ਬੈਟਰ ਹੈ, ਖੂਨ ਖਰਾਬਾ ਨਹੀਂ ਹੈ, ਐਨਕਾਊਂਟਰ ਨਹੀਂ ਨੇ, ਗੈਂਗਸਟਰ ਬਹੁਤ ਹੀ ਸੌਖੇ ਤਰੀਕੇ ਨਾਲ ਉਹ ਕਾਬੂ ਕਰ ਰਹੇ ਨੇ, ਤਾਂ ਸਵਾਲ ਜ਼ਰੂਰ ਬਣਦੇ ਨੇ ਕਿ ਅਜਿਹੀ ਕਿਹੜੀ ਗਿੱਦੜ ਸਿੰਘੀ ਦਿੱਲੀ ਪੁਲਿਸ ਕੋਲ ਹੈ, ਅਜਿਹੀ ਕਿਹੜੀ ਕਾਬਲੀਅਤ ਹੈ, ਤੇ ਜੇ ਹੈ ਤਾਂ ਫਿਰ ਉਸ ਨੂੰ ਸਾਡੀ ਪੁਲਿਸ ਦੇ ਨਾਲ, ਯਾਨੀ ਕਿ ਪੰਜਾਬ ਪੁਲਿਸ ਦੇ ਨਾਲ ਵੀ ਸ਼ੇਅਰ ਕਰਨ ਦੀ ਲੋੜ ਹੈ। ਸੋ ਚੀਜ਼ਾਂ ਦੇ ਵਿੱਚ ਕਈ ਅੰਡਰਟੋਨਸ ਹੈਗੀਆਂ ਨੇ ਜੋ ਕਿ ਇੰਨੀ ਖੁੱਲ੍ਹ ਕੇ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਲੇਕਿਨ ਇਹ ਚੀਜ਼ ਤਾਂ ਸਮਝਣੀ ਦਿੱਲੀ ਪੁਲਿਸ ਤੋਂ, ਕਦੇ ਸਮਝਣ ਦੀ ਕੋਸ਼ਿਸ਼ ਜ਼ਰੂਰ ਉਹਨਾਂ ਦੇ ਅਧਿਕਾਰੀਆਂ ਤੋਂ ਕਰਾਂਗੇ ਕਿ ਅਜਿਹਾ ਕੀ ਕਾਰਨ ਹੈ ਕਿ ਸਾਰੇ ਗੈਂਗਸਟਰ ਜਿਹੜੇ ਪੰਜਾਬ ਪੁਲਿਸ ਦੇ ਉੱਤੇ ਹਮਲੇ ਕਰ ਰਹੇ ਨੇ, ਪੰਜਾਬ ਪੁਲਿਸ ਦੇ ਹੈੱਡਕੁਆਟਰਾਂ ਦੇ ਉੱਤੇ, ਇੰਟੈਲੀਜੈਂਸ ਦੇ ਹੈੱਡਕੁਆਟਰਾਂ ਦੇ ਉੱਤੇ ਰਾਕਟ ਲਾਂਚਰਾਂ ਨਾਲ ਹਮਲੇ ਕਰ ਰਹੇ ਨੇ, ਸਿੱਧੂ ਮੂਸੇਵਾਲਾ ਨੂੰ ਇੰਨੀ ਬੁਰੀ ਤਰ੍ਹਾਂ ਦੇ ਨਾਲ ਮਾਰ ਰਹੇ ਨੇ, ਕਿ 47 ਦੇ ਨਾਲ ਮਾਰ ਰਹੇ ਨੇ, ਉਹ ਲੋਕ ਪੰਜਾਬ ਪੁਲਿਸ ਦੇ ਸਾਹਮਣੇ ਤਾਂ ਪੂਰੀ ਰੈਜ਼ਿਸਟੈਂਸ ਦਿੰਦੇ ਨੇ, ਲੇਕਿਨ ਦਿੱਲੀ ਪੁਲਿਸ ਦੇ ਸਾਹਮਣੇ ਜਾਂ ਸਪੈਸ਼ਲ ਸੈੱਲ ਦੇ ਸਾਹਮਣੇ ਉਹਨਾਂ ਦੀ ਕੋਈ ਰੈਜ਼ਿਸਟੈਂਸ ਨਹੀਂ ਹੁੰਦੀ। ਬਹੁਤ ਹੀ ਸੌਖੇ ਤਰੀਕੇ ਦੇ ਨਾਲ ਦਿੱਲੀ ਪੁਲਿਸ ਦੇ ਲੋਕ ਕਾਬੂ ਆ ਜਾਂਦੇ ਨੇ। ਸੋ ਦਿੱਲੀ ਪੁਲਿਸ ਦੀ ਇਸ ਕਾਰਜ ਪ੍ਰਣਾਲੀ ਦੇ ਉੱਤੇ ਤਾਂ ਚਲੋ ਗੱਲਬਾਤ ਕਰਨ ਦਾ ਕਦੇ ਮੌਕਾ ਮਿਲਿਆ ਤਾਂ ਜ਼ਰੂਰ ਹੋਰ ਵਿਸਤਾਰ ਦੇ ਵਿੱਚ ਕਰਾਂਗੇ, ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਸਿਸਟਮ, ਉਹਨਾਂ ਦੀ ਜਿਹੜੀ ਕ੍ਰਾਈਮ ਦੇ ਨਾਲ ਲੜਨ ਦੀ ਸਮਰੱਥਾ ਹੈ ਉਸ ਦੇ ਵਿੱਚ ਐਜ ਕੀ ਹੈ ਅਦਰ ਦੈਨ ਦਾ ਟੈਕਨੋਲੋਜੀ ਪਾਰਟ। ਕਿਉਂਕਿ ਕਈ ਵਾਰ ਮੇਰੀ ਅਫਸਰਾਂ ਨਾਲ ਗੱਲਬਾਤ ਹੋਈ, ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਤੁਸੀਂ ਹਮੇਸ਼ਾ ਇਹ ਗੱਲ ਤਾਂ ਕਹਿ ਦਿੰਦੇ ਹੋ ਕਿ ਦਿੱਲੀ ਪੁਲਿਸ ਕੋਲ ਟੈਕਨੋਲੋਜੀ ਬਹੁਤ ਚੰਗੀ ਹੈ, ਲੇਕਿਨ ਕਦੇ ਸਾਡਾ ਜਿਹੜਾ ਹਿਊਮਨ ਰਿਸੋਰਸ ਦਾ ਸਕਿੱਲ ਹੈ, ਯਾਨੀ ਕਿ ਮੈਨ ਪਾਵਰ ਦੇ ਵਿੱਚ ਜਿਹੜੀ ਐਫੀਸ਼ੀਐਂਸੀ ਹੈ ਉਸ ਦਾ ਜ਼ਿਕਰ ਤੁਸੀਂ ਨਹੀਂ ਕਰਦੇ ਹੋ। ਉਸ ਨੂੰ ਮੈਂ ਸਮਝਣਾ ਚਾਹਾਂਗਾ, ਕਿਉਂਕਿ ਅਜੇ ਤੱਕ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਲੱਗ ਰਹੀਆਂ ਨੇ ਉਹ ਮੈਂ ਸਮਝਦਾ ਕਿ ਦਿੱਲੀ ਪੁਲਿਸ ਦੀ ਇੰਟੈਲੀਜੈਂਸ ਦਾ ਨੈਟਵਰਕ ਇਹਨਾਂ ਗੈਂਗਸਟਰਾਂ ਦੇ ਨੈਟਵਰਕ ਦੇ ਅੰਦਰ ਤੱਕ ਹੈ, ਜੇ ਆਪਾਂ ਇਸ ਨੂੰ ਉਸ ਨਜ਼ਰੀਏ ਦੇ ਨਾਲ ਲਾਂਗੇ। ਲੇਕਿਨ ਇੱਕ ਦੂਸਰਾ ਵੱਡਾ ਫੈਕਟਰ ਇਹ ਵੀ ਹੈ ਕਿ ਸਾਰੇ ਦੇ ਸਾਰੇ ਗੈਂਗਸਟਰਾਂ ਦਾ, ਜ਼ਿਆਦਾਤਰ ਗੈਂਗਸਟਰਾਂ ਦਾ ਦਿੱਲੀ ਪੁਲਿਸ ਦੇ ਹੱਥੇ ਚੜ੍ਹਨਾ ਵੀ ਇੱਕ ਸਵਾਲ ਵੀ ਜ਼ਰੂਰ ਖੜਾ ਕਰਦਾ ਹੈ। ਆਮ ਆਦਮੀ ਦੇ ਮਨ ਦੇ ਵਿੱਚ, ਮੇਰੇ ਵਰਗੇ ਆਦਮੀ ਦੇ ਮਨ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਉੱਠਦਾ ਹੈ। ਲੇਕਿਨ ਕਮਿੰਗ ਬੈਕ ਟੂ ਦਿਸ ਮਰਡਰ ਅਗੇਨ, ਪ੍ਰਦੀਪ ਵਾਲੇ ਹੱਤਿਆ ਦੇ ਵਿੱਚ ਜਿਹੜੇ 3 ਹੋਰ ਸ਼ੂਟਰ ਇਸ ਵਕਤ ਭਗੌੜੇ ਨੇ, ਉਹਨਾਂ ਦੇ ਵਿੱਚੋਂ 2 ਪੰਜਾਬ ਦੇ ਨੇ, ਤੇ ਜੋ ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਇਹ ਗੋਲਡੀ ਬਰਾੜ ਵੱਲੋਂ ਟਾਸਕ ਕੀਤੇ ਗਏ ਸ਼ੂਟਰ ਸਨ ਜਿਨ੍ਹਾਂ ਨੂੰ ਭੇਜਿਆ ਗਿਆ, ਤੇ 3 ਅਲੱਗ-ਅਲੱਗ ਮੋਡਿਊਲ ਆਇਡੈਂਟੀਫਾਈ ਹੋਏ ਨੇ। 2 ਮਾਈਨਰ ਸੀ, ਯਾਨੀ ਕਿ ਨਾਬਾਲਗ ਸੀਗੇ, 2 ਹਰਿਆਣਾ ਦੇ ਸ਼ੂਟਰ ਸੀ ਤੇ 2 ਪੰਜਾਬ ਦੇ ਸ਼ੂਟਰ ਸੀ। ਇਹ ਦੱਸਿਆ ਜਾਂਦਾ ਕਿ 3 ਮੋਟਰਸਾਈਕਲਾਂ ਦੇ ਉੱਤੇ ਇਹ ਆਏ ਨੇ, 2-2 ਬੈਠ ਕੇ ਸਵਾਰ ਹੋ ਕੇ, ਤੇ ਜਦੋਂ ਭੱਜੇ ਨੇ ਉੱਥੋਂ ਤਾਂ ਇਹ 2 ਮੋਟਰਸਾਈਕਲਾਂ ਉੱਤੇ 3-3 ਸ਼ੂਟਰਾਂ ਇੱਕ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਉੱਥੋਂ ਭੱਜੇ। ਇਹ ਦਿੱਲੀ ਪੁਲਿਸ ਦੀ ਜਿਹੜੀ ਡਿਟੇਲਸ ਹੈ। ਤੇ ਉਸ ਤੋਂ ਬਾਅਦ ਇਹਨਾਂ ਨੂੰ ਅਲੱਗ-ਅਲੱਗ ਗੱਡੀਆਂ ਦੇ ਵਿੱਚ ਬਾਈਫਰਕੇਟ ਕਰਤਾ ਗਿਆ, ਯਾਨੀ ਕਿ 3 ਸ਼ੂਟਰ ਜਿਹੜੇ 3 ਭਗੌੜੇ ਸੀਗੇ ਗੈਂਗਸਟਰ, ਉਹ ਇੱਕ ਮੋਡਿਊਲ ਦੇ ਤਹਿਤ ਹੋ ਗਏ, ਯਾਨੀ ਕਿ ਭਗੌੜਾ ਮੋਡਿਊਲ, ਤੇ ਦੂਸਰਾ ਜਿਹੜਾ ਸੀ ਉਹ ਇੱਕ ਹੋਰ ਭਗੌੜਾ ਮੋਡਿਊਲ ਸੀ, ਜਿਨ੍ਹਾਂ ਵਿੱਚੋਂ ਇੱਕ ਕਾਬੂ ਆ ਗਿਆ ਤੇ ਇੱਕ ਹਜੇ ਮੋਡਿਊਲ ਦਾ ਕਾਬੂ ਆਣਾ ਬਾਕੀ ਹੈ। ਸੋ ਜਿਵੇਂ ਉਹ ਲੋਕ ਗ੍ਰਿਫਤਾਰ ਹੋਣਗੇ ਤਾਂ ਫਿਰ ਚੀਜ਼ਾਂ ਸਾਹਮਣੇ ਆਉਣਗੀਆਂ। ਪ੍ਰਾਈਮ ਫੈਸਾਈ ਗੋਲਡੀ ਬਰਾੜ ਦੀ ਜਿਹੜੀ ਜ਼ਿੰਮੇਵਾਰੀ ਲਈ ਸੀ, ਜਿਹੜੇ ਕਾਰਨ ਉਸਨੇ ਦੱਸੇ, ਬੇਅਦਬੀ ਦਾ ਇਨਸਾਫ ਨਾ ਹੋ ਪਾਣਾ, ਉਹ ਸਾਰੀਆਂ ਗੱਲਾਂ ਬਾਤਾਂ, ਉਹ ਸਾਰੀਆਂ ਚੀਜ਼ਾਂ ਮੁੱਢਲੀ ਜਿਹੜੀ ਇਨਫੋਰਮੇਸ਼ਨ ਇਹਨਾਂ ਫੜੇ ਗਏ ਗੈਂਗਸਟਰਾਂ ਤੇ ਸ਼ੂਟਰਾਂ ਵੱਲੋਂ ਮਿਲੀ ਹੈ ਪੁਲਿਸ ਨੂੰ, ਉਹ ਸਾਰੀਆਂ ਦੀ ਸਾਰੀਆਂ ਚੀਜ਼ਾਂ ਮੈਚ ਕਰਦੀਆਂ ਪਈਆਂ ਨੇ। ਹੁਣ ਇੰਤਜ਼ਾਰ ਹੈ ਕਿ ਜਿਹੜੇ ਹੋਰ ਬਾਕੀ ਦੇ 3 ਹੋਰ ਸ਼ੂਟਰ ਨੇ ਤੇ ਜਿਨ੍ਹਾਂ ਵਿੱਚੋਂ 2 ਪੰਜਾਬ ਦੇ ਨੇ, ਉਹਨਾਂ ਦੀ ਪਛਾਣ ਹੋਏ, ਉਹ ਗ੍ਰਿਫਤਾਰ ਕੀਤੇ ਜਾਣ। ਲੇਕਿਨ ਇੱਥੇ ਬਹੁਤ ਵੱਡਾ ਸਵਾਲ ਹੈ ਕਿ ਇਹ ਕਰਿੰਦੇ ਨੇ, ਇਹ ਉਹ ਲੋਕ ਹੈਗੇ ਨੇ, ਇਹ ਲੋਕ ਫੁੱਟ ਸੋਲਜਰਸ ਹੈਗੇ ਨੇ ਜਿਨ੍ਹਾਂ ਨੂੰ ਇਹ ਗੈਂਗਸਟਰਸ ਵਰਤ ਰਹੇ ਨੇ। ਇਹਦੇ ਵਿੱਚ ਵੀ ਕੋਈ ਵੱਡੀ ਗੱਲ ਨਹੀਂ ਹੈ। ਮੈਂ ਇੱਥੇ ਕਈ ਵਾਰ ਜ਼ਿਕਰ ਕੀਤਾ ਹੈ, ਕੁਝ ਹੋਰ ਗੈਂਗਸਟਰਾਂ ਦੇ ਸੰਦਰਭ ਦੇ ਵਿੱਚ ਵੀ ਬਹੁਤ ਸੇ ਕੇਸਾਂ ਦੇ ਵਿੱਚ ਅਜਿਹੇ ਨੌਜਵਾਨਾਂ ਨੂੰ ਵਰਤਿਆ ਜਾਂਦਾ ਹੈ। ਪਹਿਲਾਂ ਉਹਨਾਂ ਨੂੰ ਰੈਡੀਕਲਾਈਜ਼ ਕਰਤਾ ਜਾਂਦਾ ਹੈ, ਜਿਹੜੇ ਰੈਡੀਕਲ ਐਲੀਮੈਂਟਸ ਹੈਗੇ ਨੇ, ਜਾਂ ਫਿਰ ਉਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਇਹ ਨੌਜਵਾਨ ਪੁਲਿਸ ਸਿਕਿਉਰਿਟੀ ਏਜੰਸੀਆਂ ਦੇ ਹੱਥੇ ਚੜ੍ਹ ਜਾਂਦੇ ਨੇ ਤਾਂ ਫਿਰ ਇਹਨਾਂ ਦੀ ਕੋਈ ਜ਼ਿਆਦਾ ਪੈਰਵੀ ਨਹੀਂ ਕਰਦਾ, ਕਿਉਂਕਿ ਡਿਸਪੋਜ਼ੇਬਲ ਆਈਟਮਸ ਹੁੰਦੇ ਨੇ। ਸੋ ਇੰਟਰ ਗੈਂਗ ਰਾਈਵਲਰੀ ਦੇ ਵਿੱਚ ਇਹ ਚੀਜ਼ ਬਹੁਤ ਵੇਖੀ ਗਈ ਹੈ। ਤੇ ਹੁਣ ਜਿਹੜਾ ਵੱਡਾ ਫੋਕਸ, ਜਿਵੇਂ ਕਿ ਮੈਂ ਆਪਣੀ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਕਾਫੀ ਲੰਮਾ ਸਮਾਂ ਇਸ ਉੱਤੇ ਲਾਇਆ ਕਿ ਜੁਵੈਨਾਈਲਸ ਦੀ ਵਰਤੋਂ ਇੱਕ ਬੜਾ ਖਤਰਨਾਕ ਟ੍ਰੈਂਡ ਹੈ, ਕਿਉਂਕਿ ਸਾਡੇ ਨੌਜਵਾਨ ਜੋ ਕਿ ਅੱਲੜ ਉਮਰ ਦੇ ਨੌਜਵਾਨ ਨੇ, ਜ਼ਿਆਦਾ ਉਹਨਾਂ ਕੋਲ ਡਾਇਰੈਕਸ਼ਨ ਨਹੀਂ ਹੈ। ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਕਿ ਅਜਿਹੇ ਨੌਜਵਾਨ ਇਹਨਾਂ ਗੈਂਗਸਟਰਾਂ ਦੇ ਜਿਹੜੇ
ਕੁਝ ਮਨਸੂਬੇ ਕਹਿ ਲਈਏ ਜਾਂ ਪੰਜਾਬ ਦੇ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਨੀਅਤ ਦੇ ਨਾਲ ਜੋ ਵੀ ਕੰਮ ਲੋਕ ਕਰ ਰਹੇ ਹੈਗੇ ਨੇ, ਠੀਕ ਹੈ, ਇਹਨਾਂ ਦੇ ਆਪਣੇ ਮਕਸਦ ਆਪਣੀ ਜਸਟੀਫਿਕੇਸ਼ਨਸ ਹੋ ਸਕਦੇ ਨੇ, ਲੇਕਿਨ ਇਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ। ਸੋ ਮੈਂ ਤਾਂ ਇਹਨਾਂ ਨੂੰ ਗਲਤ ਮਨਸੂਬੇ ਹੀ ਕਹਾਂਗਾ, ਜਿਸ ਦੇ ਨਾਲ ਸਾਡੇ ਸਮਾਜ ਦੇ ਵਿੱਚ ਚਿੰਤਾ ਪੈਦਾ ਹੋਵੇ, ਲੋਕਾਂ ਦੇ ਵਿੱਚ ਭੈ ਸਹਿਣ ਦਾ ਮਾਹੌਲ, ਦਹਿਸ਼ਤ ਪੈਦਾ ਹੋਵੇ। ਉਹ ਸਾਰੀਆਂ ਗੱਲਾਂ ਬਾਤਾਂ ਕੰਡੈਮਨੇਬਲ ਹੈਗੀਆਂ ਨੇ, ਉਹਨਾਂ ਦੀ ਜਿੰਨੀ ਨਿਖੇਧੀ ਕੀਤੀ ਜਾ ਸਕੇ ਉਹ ਘੱਟ ਹੈ। ਸੋ ਇਸ ਇਰਾਦੇ ਦੇ ਨਾਲ ਜੇ ਅੱਲੜ ਉਮਰ ਦੇ ਜਿਸ ਨੂੰ ਕਹਿ ਸਕਦੇ ਹਾਂ ਕਿ ਇੰਪ੍ਰੈਸ਼ਨੇਬਲ ਮਾਈਂਡਸ ਹੁੰਦੇ ਨੇ, ਉਹਨਾਂ ਨੂੰ ਇਹ ਲੋਕ ਰੈਡੀਕਲਾਈਜ਼ ਕਰ ਲੈਣ, ਪੈਸੇ ਦਾ ਲਾਲਚ ਦੇ ਦੇਣ, ਆਪਣੇ ਗੈਂਗਸ ਵਿੱਚ ਸ਼ਾਮਲ ਕਰ ਲੈਣ, ਹਥਿਆਰਾਂ ਦੀ ਇੱਕ ਅੰਡਰਵਰਲਡ ਦੇ ਵਿੱਚ ਇੱਕ ਵੱਡਾ ਨਾਂ ਬਣਾਉਣ ਦੀ ਜਿਹੜੀ ਇੱਛਾ ਜਾਂ ਤਮਾ ਜਿਹੜੀ ਹੈਗੀ ਹੈ ਮਨ ਦੀ, ਜੇ ਉਸ ਦੇ ਚਲਦੇ ਇਹ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਪਾ ਰਹੇ ਨੇ ਤੇ ਇਹ ਬਹੁਤ ਹੀ ਹੋਰ ਖਤਰਨਾਕ ਟ੍ਰੈਂਡ ਹੈ। ਕਿਉਂਕਿ ਆਹ ਹੁਣ ਤੁਸੀਂ 3 ਜਿਹੜੇ ਨੌਜਵਾਨ, ਜਿਸ ਵਿੱਚ ਇੱਕ ਜਿਹੜਾ ਰਾਕਟ ਲਾਂਚਰ ਵਾਲਾ ਤੇ 2 ਹੁਣ ਫੜੇ ਗਏ ਨੇ, ਇਹ ਮਾਈਨਰਸ ਤਾਂ ਹੁਣ ਉਸੇ ਜੁਵੈਨਾਈਲ ਜਸਟਿਸ ਬੋਰਡ ਵੱਲੋਂ ਇਹਨਾਂ ਦੇ ਟ੍ਰਾਇਲ ਚੱਲਣਗੇ, ਇਹਨਾਂ ਦੇ ਉੱਤੇ ਜਿਹੜਾ ਐਕਟ ਉਹੀ ਲਾਗੂ ਹੁੰਦਾ ਹੈ। ਸਜ਼ਾਵਾਂ ਤੁਸੀਂ ਇਹਨਾਂ ਨੂੰ ਉਨੀਆਂ ਸਖਤ ਨਹੀਂ ਦੇ ਸਕਦੇ ਹੋ। ਹਾਲਾਂਕਿ ਇਸ ਚੀਜ਼ ਦੀ ਮੰਗ ਲਗਾਤਾਰ ਉੱਠਦੀ ਆਈ ਹੈ, ਉੱਠਣੀ ਸ਼ੁਰੂ ਹੋ ਗਈ ਹੈ, ਤੇ ਰੇਪ ਦਾ ਜਿਹੜਾ ਲਾਅ, ਐਂਟੀ ਰੇਪ ਲਾਅ ਜਿਹੜਾ ਦੇਸ਼ ਦਾ CRPC ਦੇ ਵਿੱਚ ਅਮੈਂਡਮੈਂਟਸ ਹੋ ਗਈਆਂ, ਉਸ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਰੱਖਿਆ ਗਿਆ। ਖਾਸ ਕਰਕੇ 16 ਤੋਂ 18 ਦੀ ਉਮਰ ਦੇ ਵਿੱਚ ਦਾ ਜਿਹੜਾ ਇੱਕ ਜੁਵੈਨਾਈਲ ਹੈ, ਜੇ ਕੋਈ ਇਸ ਤਰੀਕੇ ਦਾ ਹੀਨਸ ਕ੍ਰਾਈਮ ਕਰਦਾ, ਖਾਸ ਕਰਕੇ ਰੇਪ ਦਾ ਜਿਹੜਾ ਕ੍ਰਾਈਮ ਹੈ, ਤਾਂ ਉਸ ਨੂੰ ਐਟ ਪਾਰ ਵਿਦ ਐਡਲਟ ਚੁਣਿਆ ਜਾਏਗਾ। ਇਹ ਅਦਾਲਤਾਂ ਦੇ ਫੈਸਲੇ ਨੇ, ਸੋ ਕੇਸ ਟੂ ਕੇਸ ਡਿਪੈਂਡ ਕਰੇਗਾ। ਇਹ ਸਾਰੇ ਕੇਸਾਂ ਦੇ ਵਿੱਚ ਕੋਈ ਯੂਨੀਫਾਰਮ ਫਾਰਮੈਟ ਨਹੀਂ ਹੈ। ਸੋ ਇਹੀ ਚੀਜ਼ ਹੁਣ ਮਤਲਬ ਜਿਹੜੀ ਐਂਟੀ ਸੋਸ਼ਲ ਐਕਟੀਵਿਟੀ ਕਹਿ ਲਈਏ ਜਾਂ ਜਿਹੜੀ ਕ੍ਰਿਮੀਨਲ ਐਕਟੀਵਿਟੀ ਹੈ, ਗੈਂਗ ਐਕਟੀਵਿਟੀ, ਸੋ ਇਸ ਦੇ ਵਿੱਚ ਵੀ ਮੈਨੂੰ ਲੱਗਦਾ ਹੁਣ ਕਾਨੂੰਨ ਦੇ ਵਿੱਚ ਕੁਝ ਚੇਂਜਸ ਸੋਚਣੀਆਂ ਪੈਣਗੀਆਂ, ਕਿਉਂਕਿ ਇੱਕ ਮੋਡਸ ਆਪਰੈਂਡਾ, ਇੱਕ ਹੱਥਕੰਡਾ ਬਦਲ ਹੈ। ਗੋਲਡੀ ਬਰਾੜ ਵਰਗਿਆਂ ਨੇ ਜਾਂ ਹੋਰ ਰਿੰਦੇ ਵਰਗੇ ਜਿੰਨੇ ਵੀ ਲੋਕ ਬੈਠੇ ਨੇ, ਇਹਨਾਂ ਨੇ ਹੱਥਕੰਡਾ ਬਦਲਿਆ। ਇਹ ਲੋਕ ਬਹੁਤ ਹੀ ਘੱਟ ਉਮਰ ਦੇ ਬੱਚਿਆਂ ਨੂੰ ਚੁੱਕ ਰਹੇ ਨੇ, ਉਹਨਾਂ ਨੂੰ ਉਹਨਾਂ ਦੇ ਮਾਈਂਡਸ ਉੱਤੇ ਵਰਕ ਕਰਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅੱਗੇ ਲਾ ਰਹੇ ਨੇ। ਉਹ ਜੁਰਮ ਕਰਦੇ ਨੇ, ਜ਼ਿਆਦਾ ਸਮੇਂ ਤੱਕ ਉਹ ਭੱਜ ਵੀ ਨਹੀਂ ਪਾ ਰਹੇ। ਖੈਰ, ਭੱਜ ਤਾਂ ਹੋਰ ਵੀ ਬਹੁਤ ਜਿਹੜੇ ਐਕਸਪੀਰੀਅੰਸਡ ਗੈਂਗਸਟਰ ਹੈਗੇ ਨੇ, ਉਹ ਵੀ ਜ਼ਿਆਦਾ ਸਮੇਂ ਤੱਕ ਕਾਨੂੰਨ ਤੋਂ ਬਚ ਨਹੀਂ ਪਾਉਂਦੇ। ਲੇਕਿਨ ਇਹ ਅੱਲੜ ਉਮਰ ਦੇ ਬੱਚੇ ਹੈਗੇ ਨੇ, ਕੋਈ ਨਾ ਕੋਈ ਇਹਨਾਂ ਤੋਂ ਉਸ ਵਕਤ ਗਲਤੀ ਵੀ ਹੁੰਦੀ ਹੈ ਤੇ ਛੇਤੀ ਫੜੇ ਜਾਂਦੇ ਨੇ, ਤੇ ਉਸ ਤੋਂ ਬਾਅਦ ਫਿਰ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਨੇ। ਇਹਨਾਂ ਦੀ ਜ਼ਿੰਦਗੀਆਂ ਤਬਾਹ ਹੋ ਚੁੱਕੀਆਂ ਨੇ। ਇਹਨਾਂ ਨੇ ਜਦੋਂ ਜੇਲ੍ਹਾਂ ਦੇ ਵਿੱਚੋਂ ਨਿਕਲਣਾ ਵੀ ਬਾਅਦ ਦੇ ਵਿੱਚ, ਫਿਰ ਵੀ ਇਹਨਾਂ ਨੇ ਇਹ ਕਾਰਵਾਈਆਂ ਕਰਨੀਆਂ ਨੇ, ਕਿਉਂਕਿ ਉਸ ਵਕਤ ਤੱਕ ਇਹਨਾਂ ਦੀ ਉਮਰਾਂ ਜਿਹੜੀਆਂ ਨੇ ਉਹ ਹੋਰ ਹੋ ਚੁੱਕੀਆਂ ਹੋਣਗੀਆਂ। ਲੇਕਿਨ ਇੱਕ ਵਾਰ ਜਿਹੜੇ ਧੱਬੇ ਲੱਗ ਗਏ, ਵਾਪਸ ਅੰਡਰਵਰਲਡ ਦੀ ਦੁਨੀਆ ਤੋਂ ਓਵਰ ਬੋਰਡ ਜਾਣਾ ਤੇ ਆਪਣੀ ਨਾਰਮਲ ਜ਼ਿੰਦਗੀ ਜੀਣਾ, ਇਹਨਾਂ ਲਈ ਇੱਕ ਬੜੀ ਵੱਡੀ ਚੈਲੰਜ, ਚੁਣੌਤੀ ਹੋਏਗੀ। ਤੇ ਇਹਨਾਂ ਗੈਂਗਸਟਰਾਂ ਨੇ ਇਹਨਾਂ ਦਾ ਪਿੱਛਾ ਛੱਡਣਾ ਵੀ ਨਹੀਂ, ਕਿਉਂਕਿ ਹੁਣ ਬਹੁਤ ਘੱਟ ਉਮਰ ਦੇ ਵਿੱਚ ਕ੍ਰਾਈਮ ਕਰਨ ਤੋਂ ਬਾਅਦ, ਇਸ ਤਰੀਕੇ ਦੇ ਦਿਨ ਦਹਾੜੇ ਜਿਹਨੂੰ ਕਹਿ ਸਕਦੇ ਹਾਂ ਕਿ ਧੜੱਲੇ ਦੇ ਨਾਲ ਕੀਤੇ ਗਏ ਜਿਹੜੇ ਜੁਰਮ ਦੀਆਂ ਵਾਰਦਾਤਾਂ ਨੇ, ਉਹਨਾਂ ਤੋਂ ਬਾਅਦ ਤਾਂ ਇਹ ਛੋਟੇ ਜਿਹੜੇ ਬੱਚੇ ਹੈਗੇ ਨੇ, ਯੰਗਸਟਰਸ ਹੈਗੇ ਨੇ, ਉਹਨਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਹੁਣੇ ਇੱਕ ਬਹੁਤ ਵੱਡੇ ਗੈਂਗਸਟਰ ਦੇ ਵਿੱਚ ਆਪਣੇ ਆਪ ਨੂੰ ਤਬਦੀਲ ਕਰ ਲੈਣਗੇ। ਸੋ ਇਹਨਾਂ ਦੀ ਕੀ ਮੋਟੀਵੇਸ਼ਨਸ ਨੇ, ਕਿਵੇਂ ਇਹਨਾਂ ਦੇ ਮਾਈਂਡ ਵਰਕ ਕਰਦੇ ਨੇ, ਇਹ ਤਾਂ ਸਾਰੀਆਂ ਚੀਜ਼ਾਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਪਤਾ ਲੱਗ ਸਕਦੀਆਂ ਨੇ। ਲੇਕਿਨ ਇੱਕ ਚਿੰਤਾਜਨਕ ਟ੍ਰੈਂਡ ਹੈ, ਤੇ ਇਸ ਦੇਸ਼ ਦੇ CRPC ਨੂੰ, ਸਾਡੀ ਏਜੰਸੀਜ਼ ਨੂੰ ਵੀ ਇਸ ਚੀਜ਼ ਨੂੰ ਹੁਣ ਆਪਣੇ ਧਿਆਨ ਵਿੱਚ ਰੱਖ ਕੇ ਤੁਰਨਾ ਪਏਗਾ ਕਿ ਕ੍ਰਾਈਮ ਕਰਨ ਵਾਲੇ ਲੋਕ, ਪਹਿਲਾਂ ਤਾਂ ਆਪਾਂ ਕਹਿੰਦੇ ਸੀ ਕਿ ਕਿਸੇ ਨੂੰ ਥੋੜ੍ਹਾ ਜਿਹਾ ਨਸ਼ਾ ਦੇ ਦਿਓ, ਪੈਸੇ ਦੇ ਦਿਓ, ਇਨਸੈਂਟਿਵ ਦੇ ਦਿਓ, ਮਰਸਨਰੀ ਦੇ ਤੌਰ ਤੇ ਵੀ ਕ੍ਰਿਮੀਨਲਸ ਨੂੰ ਵਰਤਿਆ ਜਾਂਦਾ ਹੈ, ਗੈਂਗਸਟਰਾਂ ਤੋਂ ਜਿਹੜੀਆਂ ਸੁਪਾਰੀ ਕਿਲਿੰਗਸ ਕਰਵਾਈਆਂ ਜਾਂਦੀਆਂ ਨੇ। ਲੇਕਿਨ ਹੁਣ ਨਵਾਂ ਜਿਹੜਾ ਟ੍ਰੈਂਡ ਹੈ, ਜਿਸ ਵਿੱਚ ਕਿ ਮਾਈਨਰਸ ਦੇ ਜ਼ਰੀਏ ਜਾਂ ਜੁਵੈਨਾਈਲ ਦੇ ਜ਼ਰੀਏ ਜਿਹੜਾ ਜੁਰਮ ਵੱਧ ਰਿਹਾ ਹੈ, ਉਹ ਇੱਕ ਚਿੰਤਾਜਨਕ ਗੱਲਬਾਤ ਹੈ। ਇਸ ਤਰੀਕੇ ਦੇ ਨਾਲ ਪ੍ਰਦੀਪ ਦਾ ਜਿਹੜਾ ਮਰਡਰ ਕੇਸ ਸੀ, ਉਸ ਦੇ ਨਾਲ ਜੁੜੀ ਹੋਈ ਗੱਲਬਾਤ ਨੂੰ ਅੱਜ ਆਪਾਂ ਇੱਥੇ ਰੋਕਦੇ ਹਾਂ। ਲੇਕਿਨ ਇੱਕ ਕਾਮਯਾਬੀ ਦਿੱਲੀ ਪੁਲਿਸ ਦੇ ਹੱਥ ਲੱਗੀ ਹੈ, ਜਿਸ ਦੇ ਲਈ ਉਹ ਵਧਾਈ ਦੇ ਪਾਤਰ ਨੇ। ਉਹਨਾਂ ਨੇ ਜਿਸ ਵੀ ਤਰੀਕੇ ਦੇ ਨਾਲ ਇਸ ਕੇਸ ਨੂੰ ਕ੍ਰੈਕ ਕੀਤਾ ਹੈ, ਉਹ ਇੱਕ ਚੰਗੀ ਕਾਰਵਾਈ ਹੈ। ਆਸ ਕਰਦੇ ਹਾਂ ਕਿ ਹੋਰ ਜਿਹੜੇ ਸ਼ੂਟਰ ਨੇ ਉਹ ਵੀ ਇਸ ਕੇਸ ਦੇ ਵਿੱਚ ਫੜੇ ਜਾਣ। ਬ੍ਰੌਡਰ ਕੰਸਰਨਸ ਵੱਖਰੇ ਹੁੰਦੇ ਨੇ, ਲੇਕਿਨ ਜਦੋਂ ਗੱਲ ਕ੍ਰਾਈਮ ਤੇ ਕ੍ਰਿਮੀਨਲਸ ਦੇ ਨਾਲ ਲੜਨ ਦੀ ਆਏ, ਤਾਂ ਫਿਰ ਸਾਨੂੰ ਦੇਸ਼ ਦਾ ਜੋ ਕਾਨੂੰਨ ਹੈ, ਜੋ ਵਿਵਸਥਾ ਹੈ, ਉਸ ਦੇ ਮੁਤਾਬਿਕ ਜੋ ਗੱਲਬਾਤ ਹੋ ਰਹੀ ਹੈ, ਉਸ ਨੂੰ ਜੇ ਚੰਗਾ ਹੋ ਰਿਹਾ ਤਾਂ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ, ਤੇ ਜੇ ਮਾੜੀ ਗੱਲਬਾਤ ਹੋ ਰਹੀ ਹੈ ਉਸ ਨੂੰ ਫਿਰ ਨਿੰਦਣਾ ਜ਼ਰੂਰ ਬਣਦਾ ਹੈ। ਸੋ ਅੱਜ ਦੀ ਇਸ ਰਿਪੋਰਟ ਨੂੰ ਮੈਂ ਇੱਥੇ ਵਿਰਾਮ ਦਾਂਗਾ। ਤੁਸੀਂ ਆਪਣੇ ਕਮੈਂਟਸ ਵਿਚਾਰ ਜ਼ਰੂਰ ਦਿਓ, ਕਿਉਂਕਿ ਦਿੱਲੀ ਪੁਲਿਸ ਦੀ ਕਾਮਯਾਬੀ ਦੇ ਜਿਹੜੇ ਰਾਜ਼ ਹੈਗੇ ਨੇ, ਜਿਹੜੇ ਸਵਾਲ ਉਸ ਉੱਤੇ ਉੱਠਦੇ ਨੇ, ਉਹਨਾਂ ਬਾਰੇ ਤੁਹਾਡੀ ਵੀ ਕੁਝ ਰਾਏ ਤੇ ਪ੍ਰਤੀਕਰਮ ਜ਼ਰੂਰ ਹੋਏਗਾ। ਲੋਕਾਂ ਨੇ ਕਈ ਵਾਰ ਕਮੈਂਟਸ ਦੇ ਵਿੱਚ ਲਿਖਿਆ ਕਿ ਕੋਈ ਰਾਜ਼ ਹੈ, ਕੋਈ ਦੇ ਪਿੱਛੇ ਇਹ ਵੀ ਸਾਜ਼ਿਸ਼ ਹੈ ਵੀ ਪੰਜਾਬ ਦੇ ਹਾਲਾਤ ਖਰਾਬ ਕਰੇ ਜਾਣ, ਤੋਂ ਸੈਂਟਰ ਦੀਆਂ ਏਜੰਸੀਆਂ ਜਾਂ ਦਿੱਲੀ ਪੁਲਿਸ ਜੋ ਕਿ ਸੈਂਟਰ ਦੇ ਅਧੀਨ ਹੈ, ਤਾਂ ਐਸੀ ਕੀ ਐਡਵਾਂਟੇਜ ਉਹਨਾਂ ਨੂੰ ਹੈ। ਸੋ ਜੋ ਵੀ ਤੁਹਾਡੇ ਥਾਟਸ ਨੇ ਮਾਈਂਡ ਦੇ, ਉਹ ਜ਼ਰੂਰ ਦਿਓ। ਲੇਕਿਨ ਮੈਂ ਮੰਨਦਾ ਕਿ ਦਿੱਲੀ ਪੁਲਿਸ ਦੀ ਟੀਮ ਇੱਕ ਕਾਬਲ ਟੀਮ ਹੈ, ਤੇ ਚੰਗੇ ਕੰਪੀਟੈਂਟ ਆਫੀਸਰਸ ਨੇ, ਤੇ ਉਹਨਾਂ ਨੇ ਜਿਹੜੀ ਅੱਛੀ ਕਾਰਵਾਈ ਕੀਤੀ, ਆਪਾਂ ਉਸ ਦੀ ਤਾਰੀਫ ਕਰੀਏ। ਲੇਕਿਨ ਸਮਝਣ ਦੀ ਕੋਸ਼ਿਸ਼ ਆਪਾਂ ਜ਼ਰੂਰ ਕਰੀਏ ਕਿ ਉਹ ਜਿਹੜੇ ਨੁਕਤੇ ਹੈ, ਉਹ ਜਿਹੜਾ ਫਾਰਮੂਲਾ ਹੈ, ਮੈਜਿਕ ਫਾਰਮੂਲਾ ਜਾਂ ਮੈਜਿਕ ਵਾਂਡ ਹੈ, ਜਿਸ ਦੇ ਜ਼ਰੀਏ ਜ਼ਿਆਦਾ ਗੈਂਗਸਟਰਾਂ ਦੇ ਕਾਬੂ ਆ ਜਾਂਦੇ ਨੇ, ਉਸ ਦੇ ਬਾਰੇ ਸਾਨੂੰ ਵੀ
ਜਾਣਕਾਰੀ ਜਦੋਂ ਬਣੇਗੀ ਤਾਂ ਆਪਾਂ ਜ਼ਰੂਰ ਲਾਂਗੇ ਤੇ ਮਿਲਣੀ ਚਾਹੀਦੀ ਹੈ, ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ। ਸੋ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਰਿਪੋਰਟ ਨੂੰ ਵੇਖਣ ਲਈ। ਥੈਂਕ ਯੂ ਸੋ ਮਚ। ਇੱਕ ਹੋਰ ਰਿਪੋਰਟ ਲੈ ਕੇ ਫਿਰ ਹਾਜ਼ਰ ਹੋਵਾਂਗਾ।